किसान अकेडमी के ऑनलाइन प्लेटफॉर्म के उपर तुहाडा स्वागत है। अज की क्लास के विच असी प्रधानमंत्री के मंत्री परिषद के नाल रिलेटेड यानी प्राइम मिनिस्टर एंड काउंसिल ऑफ मिनिस्टर इन सेंटर के नाल रिलेटेड MCQ डिस्कस करांगे। जो भी बच्चे इंटरस्टेड ने कोर्स लेना चाहते ने तो कोर्स परचेज करने के लिए तुसी जो नंबर तुहानू शो हो रहा है 9988001121 के उपर कॉल करके या WhatsApp मैसेज ड्रॉप करके इन्फॉर्मेशन ले सकते हो। ਤੇ ਨਾਲ ਹੀ ਜੇ ਕੋਈ ਬੱਚੇ ਡਾਇਰੈਕਟ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਤਾਂ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ ਜਿਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਉਸ ਐਪ ਨੂੰ ਤੁਸੀਂ ਡਾਊਨਲੋਡ ਕਰਕੇ ਸਟੋਰ ਦੇ ਵਿੱਚ ਜਾ ਕੇ ਡਾਇਰੈਕਟ ਕੋਰਸ ਨੂੰ ਪਰਚੇਸ ਕਰ ਸਕਦੇ ਹੋ। ਤਾਂ ਅਸੀਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ ਦੇ ਵਿੱਚ ਸਾਡੇ MCQ। ਫਰਸਟ ਆਪਣੇ ਕੋਲ ਹੈ ਇੰਡੋ ਪਾਕ ਵਾਰ। ਠੀਕ ਹੈ, ਸਭ ਨੇ ਸੁਣਿਆ ਹੋਊਗਾ ਇੰਡੋ ਪਾਕ ਵਾਰ ਦੇ ਬਾਰੇ। ਤਾਂ ਜਿਹੜੀ ਇੰਡੋ ਪਾਕ ਵਾਰ ਹੈ ਜਿਹੜੀ 1900 ਕਿੰਨੇ ਚ ਹੋਈ ਨੇ ਆਪਣੇ ਕੋਲ 1971 ਦੇ ਵਿੱਚ ਹੋਈ। ਠੀਕ ਹੈ, ਇਸ ਤੋਂ ਪਹਿਲਾਂ ਸਾਡੇ ਕੋਲ ਦੋ ਵਾਰ ਬੜੀਆਂ ਇੰਪੋਰਟੈਂਟ ਨੇ ਬੇਟਾ। ਇੱਕ 1962 ਦੀ ਇੰਡੋ ਚਾਈਨਾ ਵਾਰ, ਕਿਉਂਕਿ ਉਸ ਤੋਂ ਬਾਅਦ ਵੀ ਸਾਡੇ ਐਮਰਜੈਂਸੀ ਲੱਗ ਗਈ ਸੀਗੀ ਭਾਰਤ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ 1971 ਈਸਵੀ ਦੇ ਵਿੱਚ ਇੰਡੋ ਪਾਕ ਵਾਰ ਹੁੰਦੀ ਆ, ਜਾਨੀ ਕਿ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਲੜਾਈ ਹੁੰਦੀ ਆ 1971 ਦੇ ਵਿੱਚ, ਹਨਾ। तो ਉਹਦੇ ਬਾਰੇ ਪੁੱਛਿਆ ਗਿਆ। ਇਸ ਤੋਂ ਬਾਅਦ ਵੀ ਐਮਰਜੈਂਸੀ ਲੱਗ ਗਈ ਸੀ। तो उस समय प्रधान मंत्री कौन सी कहते। ठीक है, तो 1971 ਦੇ ਵਿੱਚ ਆਪਣੇ ਕੋਲ ਕੌਣ ਪ੍ਰਧਾਨ ਮੰਤਰੀ ਸੀਗੇ ਜੀ? ਆਪਣੇ ਕੋਲ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ। ਤੇ ਫਰਸਟ ਜਦੋਂ ਸੀ 1962 ਵਾਲੀ ਤਾਂ ਉਦੋਂ ਸਾਡੇ ਕੋਲ ਪ੍ਰਧਾਨ ਮੰਤਰੀ ਕੌਣ ਸੀਗੇ? ਜਵਾਹਰ ਲਾਲ ਨਹਿਰੂ। ਠੀਕ ਹੈ ਜੀ, ਜਵਾਹਰ ਲਾਲ ਨਹਿਰੂ। ਇੰਦਰਾ ਗਾਂਧੀ ਜਿਹੜੇ ਹੈਗੇ ਨੇ ਇਸ ਕਾਲ ਦੇ ਵਿੱਚ 1966 ਦੇ ਵਿੱਚ PM ਬਣੇ ਸੀ ਤੇ 77 ਤੱਕ 1977 ਤੱਕ ਉਹ PM ਰਹਿੰਦੇ ਨੇ। ਠੀਕ ਹੈ ਜੀ। ਤੇ ਜਿਹੜੇ ਸਾਡੇ ਕੋਲ ਜੇ ਜਵਾਹਰ ਲਾਲ ਨਹਿਰੂ ਨੇ, ਜੇ ਮੈਂ ਥੋੜਾ ਜਿਹਾ ਇਹਨਾਂ ਬਾਰੇ ਵੀ ਦੱਸਾਂ ਤਾਂ ਜਵਾਹਰ ਲਾਲ ਨਹਿਰੂ ਦੇ ਟਾਈਮ ਤੇ ਹੁੰਦੀ ਹੈ ਇੰਡੋ ਪਾਕ ਵਾਰ। ਸਭ ਤੋਂ ਜ਼ਿਆਦਾ ਲੰਬਾ ਟਾਈਮ 17 ਸਾਲ। ਠੀਕ ਹੈ, 1947 ਤੋਂ ਲੈ ਕੇ 1964 ਈਸਵੀ ਤੱਕ ਇਹ ਲੌਂਗੇਸਟ ਟਨਿਓਰ ਆ ਜਵਾਹਰ ਲਾਲ ਨਹਿਰੂ ਜੀ ਦੇ PM ਦੇ ਤੌਰ ਤੇ। ਠੀਕ ਹੈ, ਲਾਲ ਬਹਾਦਰ ਸ਼ਾਸਤਰੀ ਸੀਗੇ ਜਿਹੜੇ ਉਹਨਾਂ ਦੀ ਮਤਲਬ ਵੀ ਬਹੁਤ ਇੰਪੋਰਟੈਂਟ ਨੇ, ਕਿਉਂਕਿ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਉਹ ਕਿਹੜੇ PM ਨੇ ਜਿਨ੍ਹਾਂ ਦੀ ਡੈਥ ਜਿਹੜੀ ਸੀਗੀ ਉਹ ਭਾਰਤ ਤੋਂ ਬਾਹਰ ਹੋਈ ਆ। ਤਾਂ ਭਾਰਤ ਤੋਂ ਬਾਹਰ ਉਹਨਾਂ ਦੀ ਡੈਥ ਹੋਈ ਸੀ, ਤਾਸ਼ਕੰਦ ਦੇ ਵਿੱਚ ਗਏ ਹੋਏ ਸੀ ਤਾਂ ਉੱਥੇ ਇਹਨਾਂ ਦੀ ਡੈਥ ਹੋ ਜਾਂਦੀ ਹੈ। ਤੇ ਸ਼ਾਰਟੈਸਟ ਜੇ ਪੁੱਛਣ ਸੌਰੀ ਆਪਣੇ ਕੋਲ ਪੁੱਛਣ ਕਿ ਯੰਗੈਸਟ ਕੌਣ ਆ ਤਾਂ ਯੰਗੈਸਟ ਸੀਗੇ ਸਾਡੇ ਕੋਲ ਰਾਜੀਵ ਗਾਂਧੀ। ਠੀਕ ਹੈ, ਯੰਗੈਸਟ ਜਵਾਨ ਜਿਹੜੇ ਸਭ ਤੋਂ ਜ਼ਿਆਦਾ ਜਵਾਨ PM ਬਣੇ ਤਾਂ ਉਹ ਕੌਣ ਸੀਗੇ? ਰਾਜੀਵ ਗਾਂਧੀ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਕੌਣ ਰਾਸ਼ਟਰਪਤੀ ਦੀ ਚੋਣ ਕਰਦਾ? ਤਾਂ ਰਾਸ਼ਟਰਪਤੀ ਦੀ ਚੋਣ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਆਪਾਂ ਰਾਸ਼ਟਰਪਤੀ ਦੇ ਨਾਲ ਰਿਲੇਟਡ ਆਰਟੀਕਲ ਡਿਸਕਸ ਕੀਤੇ, ਮੈਂ ਕਲਾਸ ਦੇ ਵਿੱਚ ਤੁਹਾਨੂੰ ਕੰਪਲੀਟ ਕਰਵਾਇਆ ਨਾ ਰਾਸ਼ਟਰਪਤੀ ਦੇ ਨਾਲ ਰਿਲੇਟਡ ਦੀ। ਤਾਂ 52 ਆਰਟੀਕਲ ਕਿਹਦੇ ਨਾਲ ਡੀਲ ਕਰਦਾ ਹੈਗਾ? ਰਾਸ਼ਟਰਪਤੀ ਦੇ ਨਾਲ। ਠੀਕ ਹੈ, ਤੇ 53 ਕੀ ਡੀਲ ਕਿਹਦੇ ਨਾਲ ਕਰਦਾ ਹੈਗਾ? ਰਾਸ਼ਟਰਪਤੀ ਦੀਆਂ ਜਿਹੜੀਆਂ ਪਾਵਰਸ ਨੇ। ਤੇ ਆਰਟੀਕਲ 54 ਤੇ 55 ਕਿਹਦੇ ਨਾਲ ਡੀਲ ਕਰਦੇ ਨੇ? ਰਾਸ਼ਟਰਪਤੀ ਦੀਆਂ ਚੋਣਾਂ ਦੇ ਨਾਲ। ਉਹਨਾਂ ਦੇ ਵਿੱਚੋਂ ਜੇ ਅਸੀਂ ਮੇਜਰ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕਿਹੜਾ ਆਰਟੀਕਲ ਜਿਹੜਾ ਹੈ ਬੇਸਿਕਲੀ ਮਤਲਬ ਡਾਇਰੈਕਟ ਡੀਲ ਕਰਦਾ ਹੈਗਾ ਰਾਸ਼ਟਰਪਤੀ ਦੇ ਇਲੈਕਟੋਰਲ ਗਰੁੱਪ ਦੇ ਨਾਲ, ਉਹ ਹੈਗਾ 54। ਠੀਕ ਹੈ, ਇੱਥੇ ਮੈਂ ਉਹਦੇ ਅਕੋਰਡਿੰਗ ਹੀ ਦੱਸ ਰਹੀ ਹਾਂ। ਤਾਂ ਰਾਸ਼ਟਰਪਤੀ ਦੀ ਜਿਹੜੀ ਚੋਣ ਹੈਗੀ ਆ ਕੌਣ ਕਰਦਾ ਹੈਗਾ? 54 ਆਰਟੀਕਲ ਦੇ ਅਕੋਰਡਿੰਗ ਸੰਸਦ ਤੇ ਵਿਧਾਨ ਸਭਾ ਦੇ ਮੈਂਬਰ। ਠੀਕ ਹੈ, ਇੱਥੇ ਦੋਨਾਂ ਦੇ ਚੁਣੇ ਹੋਏ ਮੈਂਬਰ ਆਊਗਾ, ਚੁਣੇ ਹੋਏ ਮੈਂਬਰ, ਕਿਉਂਕਿ ਇਹਨਾਂ ਦੇ ਵਿੱਚ ਕਾਫੀ ਮੈਂਬਰ ਜਿਹੜੇ ਹੁੰਦੇ ਨੇ, ਜਿਵੇਂ ਆਪਾਂ ਕਹੀਏ ਰਾਜ ਸਭਾ, ਤਾਂ ਰਾਜ ਸਭਾ ਦੇ ਵਿੱਚ 12 ਮੈਂਬਰ ਰਾਸ਼ਟਰਪਤੀ ਦੁਆਰਾ ਨੋਮੀਨੇਟ ਵੀ ਹੁੰਦੇ ਨੇ ਨਾ ਸੰਸਦ ਦੇ ਵਿੱਚ। ਤਾਂ ਸੰਸਦ ਦੇ ਵਿੱਚ ਜੇ ਅਸੀਂ ਗੱਲ ਕਰੀਏ ਰਾਜ ਸਭਾ ਦੇ ਚੁਣੇ ਮੈਂਬਰ, ਲੋਕ ਸਭਾ ਦੇ ਚੁਣੇ ਮੈਂਬਰ, ਠੀਕ ਹੈ, ਵਿਧਾਨ ਸਭਾਵਾਂ ਦੇ ਚੁਣੇ ਮੈਂਬਰ। ਤੇ ਇਸ ਤੋਂ ਬਿਨਾਂ 3 ਯੂਟੀਆਂ ਨੇ ਸਾਡੇ ਕੋਲ, ਜੰਮੂ ਐਂਡ ਕਸ਼ਮੀਰ, ਜੰਮੂ ਤੇ ਕਸ਼ਮੀਰ ਦੀ ਯੂਟੀ, ਦਿੱਲੀ ਯੂਟੀ। ਠੀਕ ਹੈ, ਤੇ ਨਾਲ ਹੀ ਸਾਡੇ ਕੋਲ ਬੇਟਾ ਪੌਂਡੀਚੇਰੀ, ਪੌਂਡੀਚੇਰੀ ਯੂਟੀ। ਇਹਨਾਂ ਤਿੰਨੇ ਯੂਟੀਆਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਵੀ ਜਿਹੜੇ ਹੈਗੇ ਨੇ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਆ। ਉਸ ਤੋਂ ਬਾਅਦ ਬੇਟਾ ਰਾਜੀਵ ਗਾਂਧੀ ਨੂੰ ਕਿਸ ਰਾਸ਼ਟਰਪਤੀ ਨੇ ਸਹੁੰ ਚੁਕਾਈ ਸੀ? ਕਿਉਂਕਿ ਜਿਹੜਾ ਵੀ PM ਬਣਦਾ ਉਹ ਕਿਹਦੇ ਅੱਗੇ ਸਹੁੰ ਚੁੱਕਦਾ ਹੈਗਾ? ਪ੍ਰੈਜ਼ੀਡੈਂਟ ਦੇ ਅੱਗੇ। ਠੀਕ ਹੈ, ਪ੍ਰੈਜ਼ੀਡੈਂਟ ਦੇ ਦੁਆਰਾ ਹੀ ਰਾਸ਼ਟਰਪਤੀ ਨੂੰ ਚੁਣਿਆ ਜਾਂਦਾ। ਜਿਵੇਂ ਮੈਂ ਤੁਹਾਨੂੰ ਕਲਾਸਿਸ ਦੇ ਵਿੱਚ ਸਭ ਕੁਝ ਕਰਵਾ ਚੁੱਕੀ ਹਾਂ, ਤਾਂ PM ਨੂੰ ਚੁਣਦਾ ਹੀ ਰਾਸ਼ਟਰਪਤੀ ਆ, ਬਟ ਕੌਣ ਚੁਣਿਆ ਜਾਂਦਾ ਉਹਦੇ ਵੱਲੋਂ? PM ਜਿਹੜਾ ਕਿ ਜਿਹਨੇ ਕਿ ਬਹੁਮਤ ਹਾਸਲ ਕੀਤਾ ਹੋਵੇ, ਪਾਰਟੀ ਦਾ ਬਹੁਮਤ ਦਾ ਲੀਡਰ ਹੋਵੇ। ਠੀਕ ਹੈ, ਜਿਹੜੀ ਪਾਰਟੀ ਨੇ ਬਹੁਮਤ ਨਾਲ ਲੋਕ ਸਭਾ ਦੇ ਵਿੱਚ ਮੰਨ ਲਓ ਜਿੱਤ ਹਾਸਲ ਕੀਤੀ ਹੈ ਤਾਂ ਬਹੁਮਤ ਹਾਸਲ ਪਾਰਟੀ ਦਾ ਲੀਡਰ ਹੁੰਦਾ PM। ਠੀਕ ਹੈ, ਬਾਈ ਚਾਂਸ ਇਹ ਕੰਡੀਸ਼ਨ ਪੂਰੀ ਨਹੀਂ ਹੁੰਦੀ ਤਾਂ ਫਿਰ ਆਪਣੀ ਡਿਸਕ੍ਰਿਸ਼ਨ ਪਾਵਰ ਨੂੰ ਯੂਜ਼ ਕਰਕੇ ਰਾਸ਼ਟਰਪਤੀ ਕਿਸੇ ਬੰਦੇ ਨੂੰ ਚੁਣ ਸਕਦਾ। ਜਿਵੇਂ ਆਪਾਂ ਕਹਿ ਦਈਏ
ਕਿ ਰਾਜੀਵ ਗਾਂਧੀ ਸੀਗਾ ਜਿਹੜਾ ਹਨਾ ਉਹਦੀ ਰਾਜੀਵ ਗਾਂਧੀ ਤੋਂ ਪਹਿਲਾਂ ਉਹਨਾਂ ਦੀ ਮਦਰ ਸੀ ਇੰਦਰਾ ਗਾਂਧੀ ਦੀ ਡੈਥ ਹੋ ਜਾਂਦੀ ਹੈ 1984 ਈਸਵੀ ਦੇ ਵਿੱਚ। ਤਾਂ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਰਾਜੀਵ ਗਾਂਧੀ ਨੂੰ ਰਾਸ਼ਟਰਪਤੀ ਦੇ ਦੁਆਰਾ ਪੀਐਮ ਚੁਣਿਆ ਜਾਂਦਾ, ਪ੍ਰਧਾਨ ਮੰਤਰੀ ਚੁਣਿਆ ਜਾਂਦਾ। ਤੇ ਉਸ ਟਾਈਮ ਤੇ ਪ੍ਰਧਾਨ ਮੰਤਰੀ ਕੌਣ ਸਾਡੇ ਕੋਲ ਰਾਸ਼ਟਰਪਤੀ ਕੌਣ ਸੀਗੇ? ਗਿਆਨੀ ਜੈਲ ਸਿੰਘ। ਠੀਕ ਹੈ, ਤਾਂ ਗਿਆਨੀ ਜੈਲ ਸਿੰਘ ਸਾਡਾ ਇੱਥੇ ਆਂਸਰ ਆਊਗਾ। ਗਿਆਨੀ ਜੈਲ ਸਿੰਘ ਦੇ ਦੁਆਰਾ ਹੀ ਰਾਜੀਵ ਗਾਂਧੀ ਨੂੰ ਸੀਗਾ ਜਿਹੜਾ ਰਾਸ਼ਟਰਪਤੀ ਆਪਣੇ ਕੋਲ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀਗੇ ਤੇ ਉਹਨਾਂ ਨੇ ਹੀ ਰਾਜੀਵ ਗਾਂਧੀ ਨੂੰ ਪੀਐਮ ਦੇ ਤੌਰ ਤੇ ਯਾਨੀ ਕਿ ਪ੍ਰਧਾਨ ਮੰਤਰੀ ਦੇ ਤੌਰ ਤੇ ਸਹੁੰ ਚੁਕਵਾਈ ਸੀ। ਠੀਕ ਹੈ ਜੀ, ਇੱਥੇ ਮੈਂ ਵੈਂਕਟ ਰਮਨ ਵੀ ਸਾਡੇ ਕੋਲ ਪ੍ਰੈਜ਼ੀਡੈਂਟ ਨੇ। ਠੀਕ ਹੈ, ਪ੍ਰੈਜ਼ੀਡੈਂਟ ਨੇ ਤੇ ਸਭ ਤੋਂ ਜ਼ਿਆਦਾ ਓਲਡੈਸਟ ਪ੍ਰੈਜ਼ੀਡੈਂਟ ਗਿਆਨੀ ਜੈਲ ਸਿੰਘ ਦੇ ਬਾਰੇ ਚ ਮੈਂ ਜੇ ਫੈਕਟਸ ਦੱਸਾਂ ਤਾਂ ਪਹਿਲੇ ਸਿੱਖ ਪ੍ਰੈਜ਼ੀਡੈਂਟ। ਠੀਕ ਹੈ, ਸਿੱਖ ਪ੍ਰੈਜ਼ੀਡੈਂਟ। ਵੀਵੀ ਗਿਰੀ ਸਾਡੇ ਕੋਲ ਫਰਸਟ ਐਕਟਿੰਗ ਪ੍ਰੈਜ਼ੀਡੈਂਟ। ਜਦੋਂ ਜਵਾਹਰ ਲਾਲ ਨਹਿਰੂ ਜੀ ਦੀ ਡੈਥ ਹੁੰਦੀ ਹੈ ਹਨਾ, ਤਾਂ ਮਤਲਬ ਆਪਾਂ ਡਾਕਟਰ ਰਾਜਿੰਦਰ ਪ੍ਰਸਾਦ ਦੀ ਡੈਥ ਹੁੰਦੀ ਆ, ਤਾਂ ਉਸ ਕੇਸ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਸਾਡੇ ਕੌਣ ਸੀਗੇ? ਪੀਐਮ ਪ੍ਰੈਜ਼ੀਡੈਂਟ ਸੀਗੇ। ਤਾਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜੇ ਹੈਗੇ ਨੇ ਵੀਵੀ ਗਿਰੀ, ਜਿਹੜੇ ਕਿ ਉਸ ਟਾਈਮ ਤੇ ਵਾਈਸ ਪ੍ਰੈਜ਼ੀਡੈਂਟ ਸੀ, ਉਹ ਅਹੁਦੇ ਨੂੰ ਸੰਭਾਲਦੇ ਆ ਪ੍ਰੈਜ਼ੀਡੈਂਟ ਦੇ ਨੂੰ। ਠੀਕ ਹੈ ਜੀ, ਉਸ ਤੋਂ ਬਾਅਦ ਨੈਕਸਟ ਕੁਐਸਚਨ, ਪ੍ਰਧਾਨ ਮੰਤਰੀ ਕਿਸ ਦਾ ਲੀਡਰ ਹੈ? ਪ੍ਰਧਾਨ ਮੰਤਰੀ ਕਾਹਦਾ ਲੀਡਰ ਹੁੰਦਾ ਜੀ? ਕਹਿੰਦੇ ਰਾਜ ਸਭਾ ਦੀ ਬਹੁਮਤ ਪਾਰਟੀ ਦਾ, ਸੰਸਦ ਦੀ ਬਹੁਮਤ ਪਾਰਟੀ ਦਾ, ਜਾਂ ਲੋਕ ਸਭਾ ਬਹੁਮਤ ਪਾਰਟੀ ਦਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਕੀ ਹੋ ਸਕਦਾ ਹੈਗਾ? ਲੀਡਰ ਹੋਊਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣੇ ਕੋਲ ਬੇਸਿਕ ਨੇ ਹਨਾ, ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਕਾਫੀ ਕੁਐਸਚਨ ਉਲਝਾ ਕੇ ਪਾ ਦਿੱਤੇ ਜਾਂਦੇ ਆ, ਫਿਰ ਸਾਨੂੰ ਕਲੀਅਰ ਨਹੀਂ ਹੁੰਦੇ। ਤਾਂ ਇਸ ਕਰਕੇ ਹਰ ਇੱਕ ਕੁਐਸਚਨ ਦੀ ਜਿਹੜੀ ਹੈਗੀ ਆ ਡੈਪਥ ਨੂੰ ਸਮਝੋ, ਉਹਦਾ ਜਿਹੜਾ ਪੁਆਇੰਟ ਆਫ ਵਿਊ ਹੈਗਾ, ਕੀ ਪੁੱਛ ਰਹੇ ਆ, ਉਹ ਸਾਰੀ ਚੀਜ਼ ਨੂੰ ਕਲੀਅਰ ਕਰਕੇ ਫਿਰ ਹੀ ਜਿਹੜੇ ਆਪਣੇ ਆਨਸਰ ਹੈਗੇ ਆ ਉਹ ਦਿਆ ਕਰੋ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਕੌਣ ਪ੍ਰਧਾਨ ਮੰਤਰੀ ਬਣਿਆ ਸੀ? ਦੇਖੋ, ਪੰਡਿਤ ਜਵਾਹਰ ਲਾਲ ਨਹਿਰੂ ਸਾਡੇ ਕੋਲ ਫਰਸਟ ਪੀਐਮ ਸੀਗੇ। ਠੀਕ ਹੈ, ਲੌਂਗੇਸਟ ਟੈਨਿਓਰ ਵੀ ਸੀਗੇ। ਲੌਂਗੇਸਟ ਟੈਨਿਓਰ ਮਤਲਬ ਹੈਗਾ ਜਿਹੜੇ ਸਭ ਤੋਂ ਲੰਬਾ ਟਾਈਮ ਰਹੇ ਆ 1947 ਤੋਂ ਲੈ ਕੇ 1964 ਈਸਵੀ ਤੱਕ, ਜਾਨੀ ਕਿ ਆਪਾਂ ਕਹੀਏ 17 ਸਾਲ ਜਿਹੜੇ ਹੈਗੇ ਨੇ ਇਹ ਪੀਐਮ ਰਹੇ। ਉਹਨਾਂ ਤੋਂ ਬਾਅਦ ਦੇਖੋ ਬੇਟਾ, ਅਸਲ ਦੇ ਵਿੱਚ ਕੀ ਹੋਇਆ ਨਾ, ਇੱਥੇ ਦੋ ਸਿਚੁਏਸ਼ਨ ਨੇ ਪੀਐਮ ਬਣਨ ਦੀਆਂ ਹਨਾ। ਇੱਥੇ ਚਲੋ ਜੇ ਮੈਂ ਇਹ ਆਖਾਂ ਉਸ ਤੋਂ ਬਾਅਦ ਤੁਰੰਤ ਬਾਅਦ ਕੌਣ ਬਣਿਆ, ਤੇ ਤੁਰੰਤ ਬਾਅਦ ਦਾ ਸਾਡਾ ਆਨਸਰ ਹੈਗਾ ਗੁਲਜ਼ਾਰੀ ਲਾਲ ਨੰਦਾ। ਬਟ ਗੁਲਜ਼ਾਰੀ ਲਾਲ ਨੰਦਾ ਸਾਡੇ ਐਕਟਿੰਗ ਪੀਐਮ ਸੀਗੇ। ਠੀਕ ਹੈ, ਐਕਟਿੰਗ ਪੀਐਮ। ਜੇ ਤੁਹਾਡੇ ਤੋਂ ਪੁੱਛਣ ਦੂਜੇ ਪੀਐਮ ਕੌਣ ਆ, ਦੂਜੇ ਪੀਐਮ ਸਾਡੇ ਕੋਲ ਇਹ ਨਹੀਂ ਹੈਗੇ। ਦੂਜੇ ਪੀਐਮ ਸਾਡੇ ਕੋਲ ਲਾਲ ਬਹਾਦਰ ਸ਼ਾਸਤਰੀ ਹੀ ਕੰਸੀਡਰ ਹੋਣਗੇ। ਠੀਕ ਹੈ, ਇੱਥੇ ਮੈਂ ਤੁਹਾਨੂੰ ਥੋੜਾ ਕਲੀਅਰ ਕਰਦਾ। ਦੇਖੋ, ਆਪਣੇ ਕੋਲ ਫਰਸਟ ਪੀਐਮ ਕੌਣ ਸੀਗਾ? ਜੇਐਲ ਨਹਿਰੂ, ਯਾਨੀ ਕਿ ਜਵਾਹਰ ਲਾਲ ਨਹਿਰੂ। ਠੀਕ ਹੈ, ਜਵਾਹਰ ਲਾਲ ਨਹਿਰੂ ਜੀ ਫਰਸਟ ਸੀਗੇ ਜਿਹੜੇ ਡਾਈ ਇਨ ਆਫਿਸ ਹੋਏ ਆ, ਜਾਨੀ ਆਪਾਂ ਕਹੀਏ ਜਿਹੜੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਦੌਰਾਨ ਹੀ ਉਹਨਾਂ ਦੀ ਡੈਥ ਹੋ ਗਈ। ਕਦੋਂ? 1964 ਈਸਵੀ ਦੇ ਵਿੱਚ। ਜਦੋਂ ਇਹਨਾਂ ਦੀ ਡੈਥ ਹੋ ਗਈ ਤਾਂ ਹਜੇ ਇਲੈਕਸ਼ਨ ਹੋਣੇ ਸੀਗੇ, ਆਪਾਂ ਅਗਲਾ ਬੰਦਾ ਤਾਂ ਹਜੇ ਚੁਣਨਾ ਸੀ ਨਾ। ਤਾਂ ਫਿਰ ਜਿਹੜਾ ਇਹਨਾਂ ਦਾ ਅਹੁਦਾ ਜਦੋਂ ਖਾਲੀ ਹੋਇਆ ਤਾਂ ਉਦੋਂ ਕਿਸੇ ਨੇ ਐਕਟ ਕੀਤਾ ਐਜ਼ ਅ ਪੀਐਮ। ਤਾਂ ਐਕਟਿੰਗ ਪੀਐਮ ਸਾਡੇ ਕੋਲ ਕੌਣ ਬਣੇ ਸੀਗੇ? ਐਕਟਿੰਗ ਪੀਐਮ ਬਣੇ ਸੀਗੇ ਗੁਲਜ਼ਾਰੀ ਲਾਲ ਨੰਦਾ। ਠੀਕ ਹੈ, ਤਾਂ ਗੁਲਜ਼ਾਰੀ ਲਾਲ ਨੰਦਾ ਸਾਡੇ ਜਿਹੜੇ ਨੇ ਐਕਟਿੰਗ ਪੀਐਮ ਸੀਗੇ, ਗੁਲਜ਼ਾਰੀ ਲਾਲ ਨੰਦਾ। ਤੇ ਇੱਥੇ ਕੁਐਸਚਨ ਦੇ ਅਕੋਰਡਿੰਗ ਆਪਾਂ ਆਨਸਰ ਇਹ ਟਿਕ ਕਰ ਸਕਦੇ ਹਾਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਕੌਣ ਪ੍ਰਧਾਨ ਮੰਤਰੀ ਬਣਿਆ? ਗੁਲਜ਼ਾਰੀ ਲਾਲ ਨੰਦਾ। ਬਟ ਜੇ ਇੱਥੇ ਤੁਹਾਡੇ ਕੋਲ ਸਟੇਟਮੈਂਟ ਹੋਵੇ ਸਾਡੇ ਕੋਲ ਸੈਕਿੰਡ ਪੀਐਮ ਕੌਣ ਆ, ਤਾਂ ਸੈਕਿੰਡ ਪੀਐਮ ਅਸੀਂ ਆਖਾਂਗੇ ਲਾਲ ਬਹਾਦਰ ਸ਼ਾਸਤਰੀ ਨੂੰ। ਠੀਕ ਹੈ, ਲਾਲ ਬਹਾਦਰ ਸ਼ਾਸਤਰੀ ਨੂੰ, ਕਿਉਂਕਿ ਗੁਲਜ਼ਾਰੀ ਲਾਲ ਨੰਦਾ ਤੋਂ ਬਾਅਦ ਜਿਹੜੇ ਪ੍ਰੋਪਰ ਇਲੈਕਸ਼ਨਸ ਦੇ ਨਾਲ ਰਾਹੀਂ ਪੂਰੀ ਪ੍ਰੋਸੈਸ ਦੇ ਰਾਹੀਂ ਚੁਣੇ ਗਏ ਪੀਐਮ ਸੀਗੇ, ਉਹ ਸਾਡੇ ਕੋਲ ਕੌਣ ਸੀਗੇ? ਲਾਲ ਬਹਾਦਰ ਸ਼ਾਸਤਰੀ। ਠੀਕ ਹੈ ਜੀ, ਇੰਦਰਾ ਗਾਂਧੀ ਦੇ ਬਾਰੇ ਚ ਮੈਂ ਤੁਹਾਨੂੰ ਕੋਈ ਫੈਕਟ ਦੱਸਾਂ। ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਫੈਕਟਸ ਵੀ ਤੁਹਾਨੂੰ ਨਾਲ ਦੀ ਨਾਲ ਕਲੀਅਰ ਕਰਵਾ ਦਾਂ, ਜਿੰਨਾ ਚੋਂ ਅਕਸਰ ਕੁਐਸਚਨ ਪੁੱਛੇ ਜਾਂਦੇ ਆ। ਤਾਂ ਲਾਲ ਬਹਾਦਰ ਸ਼ਾਸਤਰੀ ਵੈਸੇ ਸਾਡੇ ਕੋਲ ਸੈਕਿੰਡ ਪੀਐਮ ਹੋਣਗੇ। ਠੀਕ ਹੈ, ਸੈਕਿੰਡ ਪੀਐਮ ਆ, ਤੇ ਉਹ ਪੀਐਮ ਆ ਜਿਨ੍ਹਾਂ ਦੀ ਡੈਥ ਭਾਰਤ ਤੋਂ ਬਾਹਰ ਹੋਈ ਸੀ ਤਾਸ਼ਕੰਦ ਦੇ ਵਿੱਚ। ਠੀਕ ਹੈ, ਭਾਰਤ ਤੋਂ ਬਾਹਰ ਡੈਥ ਹੋਣ ਵਾਲੇ ਜਿਹੜੇ ਸੀ ਡਿਊਰਿੰਗ ਆਫਿਸ, ਉਹ ਲਾਲ ਬਹਾਦਰ ਸ਼ਾਸਤਰੀ ਸੀ। ਇੰਦਰਾ ਗਾਂਧੀ ਪਹਿਲੀ ਵੂਮਨ ਪੀਐਮ ਆ ਹਨਾ, ਪਹਿਲੀ ਮਹਿਲਾ ਪੀਐਮ ਆ। ਨਾਲ ਹੀ ਰਾਜ ਸਭਾ ਦੇ ਵਿੱਚੋਂ ਚੁਣੀ ਜਾਣ ਵਾਲੀ ਵੀ ਪਹਿਲੀ ਪੀਐਮ ਆ ਰਾਜ ਸਭਾ, ਕਿਉਂਕਿ ਅਦਰਵਾਈਜ਼ ਇਹ ਹੁੰਦਾ ਨਾ ਕਿ ਜਿੰਨੇ ਵੀ ਨੇ ਉਹ ਕਿਹਦੇ ਚੁਣੇ ਜਾਂਦੇ ਨੇ ਪੀਐਮ ਪ੍ਰਧਾਨ ਮੰਤਰੀ, ਲੋਕ ਸਭਾ ਦੇ ਹੀ ਹੁੰਦੇ ਆ ਨਾ। ਲੋਕ ਸਭਾ ਦੇ ਵਿੱਚ ਬਹੁਮਤ ਰਾਹੀਂ ਜਿਹੜੀ ਪਾਰਟੀ ਬਹੁਮਤ ਹਾਸਲ ਕੀਤਾ, ਉਸੇ ਪਾਰਟੀ ਦਾ ਲੀਡਰ ਚੁਣਿਆ ਜਾਂਦਾ ਹਨਾ। ਤਾਂ ਇੰਦਰਾ ਗਾਂਧੀ ਸੀਗੀ ਜਿਹੜੇ ਉਹ ਰਾਜ ਸਭਾ ਦੀ ਮੈਂਬਰ ਸੀ ਉਸ ਟਾਈਮ ਤੇ, ਜਦੋਂ ਉਹਨੂੰ ਇੰਦਰਾ ਗਾਂਧੀ ਨੂੰ ਆਪਾਂ ਕਹੀਏ ਚੁਣਿਆ ਗਿਆ ਹਨਾ ਪ੍ਰਧਾਨ ਮੰਤਰੀ ਦੇ ਤੌਰ ਤੇ। ਤਾਂ ਇੰਦਰਾ ਗਾਂਧੀ ਪਹਿਲੇ ਸੀ ਜਿਹੜੇ ਰਾਜ ਸਭਾ ਦੇ ਵਿੱਚੋਂ ਚੁਣੇ ਗਏ ਸੀ। ਉਸ ਤੋਂ ਬਾਅਦ ਵੀ ਜਿਹੜੇ ਹੈਗੇ ਨੇ ਉਹ 4 ਪੀਐਮ ਆਪਣੇ ਕੋਲੇ ਰਹੇ, ਜਿਹੜੇ ਰਾਜ ਸਭਾ ਦੇ ਵਿੱਚੋਂ ਆਏ, ਜਿਹਦੇ ਵਿੱਚੋਂ ਆਪਾਂ ਆਈ ਕੇ ਗੁਜਰਾਲ ਦੀ ਗੱਲ ਕਰ ਸਕਦੇ ਹਾਂ।
ठीक है। ਤੇ ਦੇਵਗੌੜਾ ਆਪਣੇ ਕੋਲ ਸੇਮ ਰਾਜ ਸਭਾ ਦੇ ਵਿੱਚੋਂ ਸੀਗੇ ਤੇ ਉਸ ਤੋਂ ਬਾਅਦ ਬੜਾ ਹੀ ਇੰਪੋਰਟੈਂਟ ਨਾਮ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਵੀ ਸੀ ਜਿਹੜੇ ਆਪਣੇ ਕੋਲ ਕੌਣ ਸੀਗੇ ਜੀ ਇਸ ਕੈਟਾਗਰੀ ਦੇ ਵਿੱਚੋਂ ਸੀ ਜਿਹੜੇ ਰਾਜ ਸਭਾ ਦੇ ਵਿੱਚੋਂ ਚੁਣੇ ਗਏ ਸੀ। ਮੁਰਾਰਜੀ ਦੇਸਾਈ ਦੀ ਜੇ ਗੱਲ ਕਰੀਏ ਤਾਂ ਮੁਰਾਰਜੀ ਦੇਸਾਈ ਜਿਹੜੇ ਹੈਗੇ ਨੇ ਆਪਣੇ ਕੋਲ 올ਡੈਸਟ ਪੀਐਮ ਨੇ, ਸਭ ਤੋਂ ਜ਼ਿਆਦਾ ਵੱਡੀ ਉਮਰ ਦੇ ਆਪਣੇ ਕੋਲ ਮੁਰਾਰਜੀ ਦੇਸਾਈ ਸੀਗੇ। ਠੀਕ ਹੈ ਜੀ, ਕਲੀਅਰ? ਤਾਂ ਹੋਪ ਤੁਹਾਨੂੰ ਇਹ ਕਲੀਅਰ ਹੋ ਗਏ ਹੋਣਗੇ ਬੇਸਿਕ ਫੈਕਟਸ। ਦੈਨ ਹੈਗਾ ਆਪਣੇ ਕੋਲ ਪਹਿਲਾ ਉਪ ਪ੍ਰਧਾਨ ਮੰਤਰੀ ਕੌਣ ਸੀ। ਦੇਖੋ ਵੈਸੇ ਤਾਂ ਨਾ ਉਪ ਪ੍ਰਧਾਨ ਮੰਤਰੀ ਦਾ ਉਹਦਾ ਜਿਵੇਂ ਆਪਾਂ ਕਹੀਏ ਪੀਐਮ ਆ, ਪ੍ਰਧਾਨ ਮੰਤਰੀ ਉਹਦਾ ਸਾਡੇ ਕੋਲ ਸੰਵਿਧਾਨਕ ਆ, ਕਨਸਟੀਟਿਊਸ਼ਨ ਦੇ ਵਿੱਚ ਦਰਜ ਕੀਤਾ ਗਿਆ ਹੈ ਨਾ ਪੀਐਮ ਦੇ ਅਹੁਦੇ ਨੂੰ। ਤੇ ਪੀਐਮ ਜਿਹੜਾ ਹੈਗਾ ਉਹਦੇ ਨਾਲ ਰਿਲੇਟਡ ਸਾਡਾ ਜਿਹੜਾ ਆਰਟੀਕਲ ਹੈਗਾ ਪੀਐਮ ਤੇ ਉਹਦੀ ਕਾਉਂਸਲ ਦੇ ਨਾਲ ਰਿਲੇਟਡ ਕੇ ਹੋਊਗੀ ਆਰਟੀਕਲ ਹੈਗਾ 74। ਬਟ ਜਿਹੜਾ ਵਾਈਸ ਪੀਐਮ ਹੈ ਹਨਾ ਆਪਾਂ ਕਿ ਉਪ ਪ੍ਰਧਾਨ ਮੰਤਰੀ ਹੈ ਉਹਦੇ ਨਾਲ ਰਿਲੇਟਡ ਸੰਵਿਧਾਨ ਦੇ ਵਿੱਚ ਕੁਝ ਵੀ ਨਹੀਂ ਦੱਸਿਆ ਗਿਆ। ਠੀਕ ਹੈ, ਤਾਂ ਬਟ ਸ਼ੁਰੂ ਦੇ ਵਿੱਚ ਜਦੋਂ ਮਤਲਬ ਇਹ ਦੇਸ਼ ਆਜ਼ਾਦ ਹੁੰਦਾ ਤੇ ਉਸ ਤੋਂ ਬਾਅਦ 2004 ਤੱਕ ਹਨਾ ਆਪਣੇ ਕੋਲ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ ਆਪਣੀ ਇੱਛਾ ਦੇ ਨਾਲ ਇੱਕ ਉਪ ਪ੍ਰਧਾਨ ਮੰਤਰੀ ਨੂੰ ਚੁਣਦਾ ਰਿਹਾ। ਤੋਂ ਆਪਣੇ ਕੋਲ ਪਹਿਲਾ ਕੌਣ ਸੀ ਇਹਨਾਂ ਨੇ ਉਹੀ ਪੁੱਛਿਆ ਆ, ਤਾਂ ਪਹਿਲਾ ਤਾਂ ਆਪਣੇ ਕੋਲ ਉਪ ਪ੍ਰਧਾਨ ਮੰਤਰੀ ਸੀਗਾ ਵੱਲਭ ਭਾਈ ਪਟੇਲ। ਠੀਕ ਹੈ, ਤੇ ਜੇ ਆਖਰੀ ਪੁੱਛਣ ਤਾਂ ਆਖਰੀ ਸੀਗਾ ਆਪਣੇ ਕੋਲ 2004 ਦੇ ਵਿੱਚ LK ਅਡਵਾਨੀ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਵਾਈਸ ਪੀਐਮ ਭਾਰਤ ਦੇ ਵਿੱਚ ਨਹੀਂ ਚੁਣਿਆ ਗਿਆ। ਕਲੀਅਰ ਜੀ? ਨੈਕਸਟ ਹੈਗਾ ਬੇਟਾ ਸਰਕਾਰ ਦਾ ਮੁਖੀ ਕੌਣ ਹੁੰਦਾ। ਤਾਂ ਸਰਕਾਰ ਦਾ ਮੁਖੀ ਅਸੀਂ ਕਿਹਨੂੰ ਆਖਾਂਗੇ, ਸਰਕਾਰ ਦਾ ਮੁਖੀ ਹਮੇਸ਼ਾ ਹੀ ਸਾਡੇ ਕੋਲ ਕੌਣ ਹੁੰਦਾ, ਪ੍ਰਧਾਨ ਮੰਤਰੀ। ਜਦੋਂ ਵੀ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਉਹਨਾਂ ਦੇ ਵਿੱਚੋਂ ਜਿਹੜੀ ਵੀ ਬਹੁਮਤ ਹਾਸਲ ਪਾਰਟੀ ਹੈਗੀ ਆ, ਜਿਹੜੀ ਪਾਰਟੀ ਨੂੰ ਬਹੁਮਤ ਮਿਲਿਆ ਉਹਦਾ ਜਿਹੜਾ ਲੀਡਰ ਹੋਊਗਾ ਉਸੇ ਨੂੰ ਹੀ ਕੀ ਚੁਣ ਲਿਆ ਜਾਂਦਾ ਹੈਗਾ, ਪ੍ਰਧਾਨ ਮੰਤਰੀ ਦਾ। ਮਤਲਬ ਲੋਕ ਸਭਾ ਦੇ ਮੈਂਬਰ ਇੱਕ ਤਰੀਕੇ ਨਾਲ ਹਨਾ ਆਪਣੇ ਵਿੱਚੋਂ ਡਿਸਾਈਡ ਕਰਦੇ ਨੇ। ਜੇ ਬਾਈ ਚਾਂਸ ਉਹ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੈ ਤਾਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਕਿਸੇ ਵੀ ਸਦਨ ਦਾ ਮੈਂਬਰ 6 ਮਹੀਨੇ ਦੇ ਅੰਦਰ ਅੰਦਰ ਬਣ ਸਕਦਾ। ਮਤਲਬ ਜ਼ਰੂਰੀ ਨਹੀਂ ਹੈ ਕਿ ਉਸ ਟਾਈਮ ਤੇ ਉਹ ਮੈਂਬਰ ਹੋਵੇ, ਜੇ ਕੋਈ ਪਸੰਦੀਦਾ ਹੋਰ ਬੰਦਾ ਹੈ ਉਹ ਚੁਣਿਆ ਜਾ ਸਕਦਾ, ਬਟ ਉਹਨੇ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ ਬਹੁਮਤ ਹਾਸਲ ਕਰਕੇ ਉਹ ਜਿਹੜੀ ਹੈਗੀ ਆ ਸੀਟ ਉਹ ਸਿਕਿਉਰ ਕਰਨੀ ਹੁੰਦੀ ਹੈ। 8th ਕੁਐਸਚਨ ਹੈ ਬੇਟਾ ਆਪਣੇ ਕੋਲ ਮੰਤਰੀ ਪ੍ਰੀਸ਼ਦ ਕਿਸ ਦੇ ਅੱਗੇ ਸਹੁੰ ਚੁੱਕਦੀ ਹੈ। ਤਾਂ ਮੰਤਰੀ ਪ੍ਰੀਸ਼ਦ ਦੀ ਨਿਯੁਕਤੀ ਕੌਣ ਕਰਦਾ ਹੈਗਾ। ਠੀਕ ਹੈ, ਨਿਯੁਕਤੀ ਕੌਣ ਕਰਦਾ ਹੈਗਾ, ਸਾਡਾ ਪ੍ਰੈਜ਼ੀਡੈਂਟ, ਰਾਸ਼ਟਰਪਤੀ। ਬਟ ਕਿਹਦੀ ਐਡਵਾਈਸ ਤੇ ਕਰਦਾ ਹੈ, ਕਿਹਦੀ ਸਲਾਹ ਦੇ ਉੱਪਰ ਕਰਦਾ, ਸਲਾਹ ਦੇ ਉੱਪਰ ਕਰਦਾ ਹੈਗਾ ਪੀਐਮ ਦੀ। ਠੀਕ ਹੈ, ਪ੍ਰਧਾਨ ਮੰਤਰੀ ਦੀ। ਬਟ ਜਿਹੜਾ ਮੰਤਰੀ ਪ੍ਰੀਸ਼ਦ ਤੇ ਪੀਐਮ ਹੈ ਉਹ ਸਹੁੰ ਕਿਹਦੇ ਅੱਗੇ ਚੁੱਕਦੇ ਨੇ ਜੀ, ਰਾਸ਼ਟਰਪਤੀ ਦੇ ਅੱਗੇ, ਕਿਉਂਕਿ ਉਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਕਰ ਰਿਹਾ ਤਾਂ ਇਸ ਕਰਕੇ ਰਾਸ਼ਟਰਪਤੀ ਦੇ ਅੱਗੇ ਹੀ ਮੰਤਰੀ ਪ੍ਰੀਸ਼ਦ ਜਿਹੜੀ ਹੈਗੀ ਉਹ ਸਹੁੰ ਚੁੱਕੂਗੀ। ਠੀਕ ਹੈ ਜੀ। ਦੈਨ ਆ ਗਿਆ ਆਪਣੇ ਕੋਲ ਮੰਤਰੀ ਪ੍ਰੀਸ਼ਦ ਵਿਅਕਤੀਗਤ ਤੌਰ ਤੇ ਕਿਹਦੇ ਲਈ ਉੱਤਰਦਾਈ ਹੈ। ਤਾਂ ਮੰਤਰੀ ਪ੍ਰੀਸ਼ਦ ਦੇਖੋ ਆਪਣੇ ਕੋਲ ਦੋ ਚੀਜ਼ਾਂ ਨੇ, ਇੱਕ ਹੈਗੀ ਆ ਇੰਡੀਵਿਜੂਅਲੀ ਰਿਸਪੌਂਸਿਬਲ ਕਿਹਦੇ ਲਈ ਆ, ਇੰਡੀਵਿਜੂਅਲੀ ਰਿਸਪੌਂਸਿਬਲ ਕਿਹਦੇ ਲਈ ਹੈਗੀ ਆ, ਸਾਡੀ ਕੌਮ ਦੇ ਨਾਲ ਰਿਲੇਟਡ ਆ, ਕਾਉਂਸਲ ਆਫ ਮਿਨਿਸਟਰ। ਇੰਡੀਵਿਜੂਅਲੀ ਰਿਸਪੌਂਸਿਬਲ ਕਿਹਦੇ ਲਈ ਆ ਤੇ ਕਲੈਕਟਿਵਲੀ ਕਿਹਦੇ ਲਈ ਆ, ਯਾਨੀ ਕਲੈਕਟਿਵਲੀ ਮਤਲਬ ਸਮੂਹਿਕ ਤੌਰ ਤੇ ਪੂਰਾ ਜਿਹੜਾ ਹੈ ਜਿੰਨੇ ਵੀ ਮਿਨਿਸਟਰ ਨੇ ਉਹ ਇਕੱਠੇ ਹੋ ਕੇ ਕਿਹਦੇ ਲਈ ਜ਼ਿੰਮੇਵਾਰ ਨੇ, ਤੇ ਇਕੱਲੇ ਇਕੱਲੇ ਯਾਨੀ ਕਿ ਵਿਅਕਤੀਗਤ ਤੌਰ ਤੇ ਉਹ ਕਿਹਦੇ ਲਈ ਜ਼ਿੰਮੇਵਾਰ ਨੇ। ਤਾਂ ਇਹਦੇ ਨਾਲ ਡੀਲ ਪਹਿਲਾਂ ਤਾਂ ਸਾਡਾ ਆਰਟੀਕਲ ਕਰਦਾ ਹੈਗਾ 75। ਠੀਕ ਹੈ, ਇਹਦੇ ਚ ਇੰਡੀਵਿਜੂਅਲੀ ਜਿਹੜੇ ਹੈਗੇ ਨੇ ਉਹ ਕਿਹਦੇ ਲਈ ਨੇ, ਕੱਲਾ ਕੱਲਾ ਬੰਦਾ ਰਾਸ਼ਟਰਪਤੀ ਦੇ ਲਈ ਰਿਸਪੌਂਸਿਬਲ ਆ, ਤੇ ਕਲੈਕਟਿਵਲੀ ਕਿਹਦੇ ਲਈ ਜ਼ਿੰਮੇਵਾਰ ਨੇ, ਇਹ ਲੋਕ ਸਭਾ ਲਈ। ਠੀਕ ਹੈ, ਦੋਨੋਂ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਜ਼ਰੂਰੀ ਨੇ। ਦੈਨ ਹੈਗਾ ਬੇਟਾ ਆਪਣੇ ਕੋਲ ਨੈਕਸਟ ਕੁਐਸਚਨ, ਤਾਂ ਇੱਥੇ ਸਾਡੇ ਕੋਲ ਆ ਗਿਆ ਮੰਤਰੀ ਪ੍ਰੀਸ਼ਦ ਵਿਅਕਤੀਗਤ ਤੌਰ ਤੇ ਕਿਹਦੇ ਲਈ ਉੱਤਰਦਾਈ ਹੋਗੀ, ਫਿਰ ਵਿਅਕਤੀਗਤ ਤੌਰ ਤੇ ਰਾਸ਼ਟਰਪਤੀ ਦੇ ਲਈ ਇਹ ਉੱਤਰਦਾਈ ਹੈ। ਠੀਕ ਹੈ ਜੀ, ਜੇ ਸਮੂਹਿਕ ਤੌਰ ਤੇ ਪੁੱਛਦੇ ਤਾਂ ਫਿਰ ਆਨਸਰ ਹੋਣਾ ਸੀ ਲੋਕ ਸਭਾ। ਜੇਕਰ ਕੋਈ ਮੰਤਰੀ ਕਿਸੇ ਸਦਨ ਦਾ ਮੈਂਬਰ ਨਹੀਂ ਹੈਗਾ, ਠੀਕ ਹੈ, ਤੇ ਚੁਣੇ ਜਾਣ ਤੋਂ ਕਿੰਨੇ ਸਮੇਂ ਅੰਦਰ ਉਸਨੂੰ ਸਦਨ ਦਾ ਮੈਂਬਰ ਬਣਨਾ ਜ਼ਰੂਰੀ ਹੋਗਾ। ਮੈਂ ਆਲਰੇਡੀ ਦੱਸ ਚੁੱਕੀ ਹਾਂ। ਮੰਨ ਲਓ ਕਿ ਸਾਡੇ ਕੋਲ ਪੀਐਮ ਆ ਹਨਾ, ਤੇ ਇੱਕ ਹੈਗੀ ਆ ਕਾਉਂਸਲ ਆਫ ਮਿਨਿਸਟਰ ਹਨਾ। ਪੀਐਮ ਦੇ ਕੇਸ ਦੇ ਵਿੱਚ ਵੀ ਸੇਮ ਆ ਕਿ ਜਦੋਂ ਉਹਨੂੰ ਪੀਐਮ ਚੁਣਿਆ ਗਿਆ ਸੀ ਉਹਨੂੰ ਬਿਨਾਂ ਕਿਸੇ, ਕਿਉਂਕਿ ਵੈਸੇ ਇਹਨਾਂ ਦੀ ਜਿਹੜੀ ਐਲੀਜੀਬਿਲਟੀ ਜਦੋਂ ਅਸੀਂ ਪੜ੍ਹਦੇ ਆ ਨਾ, ਆਪਾਂ ਇਹਨਾਂ ਦੀਆਂ ਯੋਗਤਾਵਾਂ ਪੜ੍ਹਦੇ ਆ ਤਾਂ ਆਪਾਂ ਯੋਗਤਾਵਾਂ ਦੇ ਵਿੱਚ ਡਿਸਕਸ ਕਰਦੇ ਆ ਕਿ ਜਿਹੜੇ ਪੀਐਮ ਹੈਗਾ ਜਾਂ ਆਪਾਂ ਕੀ ਉਹਦੀ ਕਾਉਂਸਲ ਆਫ ਮਿਨਿਸਟਰ ਹੈਗੀ ਆ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਕਿਸੇ ਦੀ ਮੈਂਬਰ ਹੋਣੀ ਚਾਹੀਦੀ ਆ। ਠੀਕ ਹੈ, ਹੋਣੇ ਚਾਹੀਦੇ, ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਹੋਣੇ ਚਾਹੀਦੇ, ਉਹੀ ਬੰਦੇ ਨੂੰ ਪੀਐਮ ਜਾਂ ਸੀਐਮ ਚੁਣਿਆ ਜਾ ਸਕਦਾ। ਬਟ ਬਾਏ ਚਾਂਸ ਉਹ ਮੌਜੂਦਾ ਪੀਐਮ ਜਾਂ ਆਪਾਂ ਕੀ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਨਹੀਂ ਹੈਗੇ ਤਾਂ ਦੋਨੋਂ ਹੀ 6 ਮਹੀਨੇ ਦੇ ਅੰਦਰ ਕਿਸੇ ਵੀ ਸਦਨ ਦੇ ਮੈਂਬਰ ਬਣਨੇ ਜ਼ਰੂਰੀ ਨੇ। ਠੀਕ ਹੈ,
ਤਾਂ ਕੀ ਆ ਕਿ ਪੀਐਮ ਜਾਂ ਸੀਐਮ ਜੇ ਉਸ ਟਾਈਮ ਤੇ ਮੌਜੂਦਾ ਆਪਾਂ ਕਹੀਏ ਜਦੋਂ ਚੁਣੇ ਜਾ ਰਹੇ ਹੈਗੇ ਇਹਨਾਂ ਨੂੰ ਬਿਨਾਂ ਵੀ ਚੁਣਿਆ ਜਾ ਸਕਦਾ, ਬਟ 6 ਮਹੀਨੇ ਦੇ ਅੰਦਰ ਇਹਨਾਂ ਨੇ ਕਿਸੇ ਵੀ ਸਦਨ ਦਾ ਜਿਹੜਾ ਹੈ ਬਹੁਮਤ ਹਾਸਲ ਕਰਨਾ ਹੋਊਗਾ। ਕਾਫੀ ਕੇਸਿਸ ਦੇ ਵਿੱਚ ਹੋ ਚੁੱਕਿਆ, ਦੇਵਗੌੜਾ ਦੇ ਕੇਸ ਦੇ ਵਿੱਚ ਵੀ ਸੇਮ ਹੋਇਆ ਹਨਾ, ਕਿ ਉਹਨਾਂ ਨੂੰ ਵੀ 6 ਮਹੀਨੇ ਦੇ ਅੰਦਰ ਅੰਦਰ ਸੀਗੀ ਜਿਹੜੀ ਬਹੁਮਤ ਹਾਸਲ ਕਰਨਾ ਪਿਆ ਸੀ। ਬਹੁਤ ਸਾਰੇ ਕੇਸਿਸ ਇਤਿਹਾਸ ਦੇ ਵਿੱਚ ਮਿਲਦੇ ਆ ਜਿੱਥੇ ਉਹਨਾਂ ਨੂੰ ਡਾਇਰੈਕਟ ਹੀ ਪੀਐਮ ਚੁਣਿਆ ਗਿਆ ਜਾਂ ਕਾਉਂਸਲ ਆਫ ਮਿਨਿਸਟਰ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਉਹਨਾਂ ਨੂੰ 6 ਮਹੀਨੇ ਦੇ ਅੰਦਰ ਬਹੁਮਤ ਹਾਸਲ ਕਰਨਾ ਪਿਆ। ਜੇ ਬਾਈ ਚਾਂਸ ਇਹ 6 ਮਹੀਨੇ ਦੇ ਅੰਦਰ ਬਹੁਮਤ ਹਾਸਲ ਨਹੀਂ ਕਰਦੇ ਤਾਂ ਫਿਰ ਇਹਨਾਂ ਨੂੰ ਪੀਐਮ ਦਾ ਉਹਦਾ ਵੀ ਛੱਡਣਾ ਪੈ ਸਕਦਾ, ਕਾਉਂਸਲ ਆਫ ਮਿਨਿਸਟਰ ਦੇ ਵਿੱਚੋਂ ਵੀ ਕੱਢੇ ਜਾ ਸਕਦੇ ਆ। ਤਾਂ ਇੱਥੇ ਆਪਣੇ ਕੋਲ ਕੁਐਸਚਨ ਉਹੀ ਆ ਕਿ ਜੇਕਰ ਕੋਈ ਮੰਤਰੀ ਕਿਸੇ ਸਦਨ ਦਾ ਮੈਂਬਰ ਨਹੀਂ ਆ, ਚੁਣੇ ਜਾਣ ਤੋਂ ਕਿੰਨੇ ਸਮੇਂ ਦੇ ਅੰਦਰ ਅੰਦਰ ਸਦਨ ਦਾ ਮੈਂਬਰ ਬਣਨਾ ਜ਼ਰੂਰੀ ਹੁੰਦਾ, ਤਾਂ 6 ਮਹੀਨੇ ਦੇ ਅੰਦਰ ਅੰਦਰ। ਠੀਕ ਹੈ ਜੀ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਕਿਸ ਸੋਧ ਰਾਹੀਂ ਮੰਤਰੀ ਪ੍ਰੀਸ਼ਦ ਦੀ ਗਿਣਤੀ ਲੋਕ ਸਭਾ ਦਾ 15% ਨਿਸ਼ਚਿਤ ਕੀਤੀ ਗਈ ਹੈ। ਠੀਕ ਹੈ ਜੀ। ਦੇਖੋ ਆਪਣੇ ਕੋਲ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਹਨਾ ਪ੍ਰੋਵੀਜ਼ਨਸ ਨੇ ਜੋ ਮਿਲਦੀਆਂ ਨੇ ਇਹਨਾਂ ਦੇ ਨਾਲ ਰਿਲੇਟਡ। ਤਾਂ ਇੱਥੇ ਆਪਣੇ ਕੋਲ ਕਿਹੜੀ ਸੋਧ ਹੋਈ ਆ, ਪਹਿਲਾਂ ਤਾਂ ਬੜੀਆਂ ਇੰਪੋਰਟੈਂਟ ਸਾਰੀਆਂ ਸੋਧਾਂ ਇੱਥੇ ਮੈਂ ਡਿਸਕਸ ਕਰੂੰਗੀ ਜੋ ਇਹ 4 ਦਿੱਤੀਆਂ ਹੋਈਆਂ ਆਪਣੇ ਜਿਹੜੇ ਕੁਐਸਚਨ ਦੇ ਅਕੋਰਡਿੰਗ। ਸਭ ਤੋਂ ਪਹਿਲਾਂ ਕਿ ਸੋਧ ਦੇ ਰਾਹੀਂ ਮੰਤਰੀ ਪ੍ਰੀਸ਼ਦ ਦੀ ਗਿਣਤੀ ਲੋਕ ਸਭਾ ਦਾ, ਦੇਖੋ ਜਿਹੜੀ ਕਾਉਂਸਲ ਆਫ ਮਿਨਿਸਟਰ ਸਟੇਟ ਦੇ ਵਿੱਚ ਹੈ ਉਹਨਾਂ ਦੀ ਗਿਣਤੀ ਕਹਿੰਦੇ ਜਿੰਨੀ ਸਾਡੇ ਕੋਲ ਲੋਕ ਸਭਾ ਹੈਗੀ ਆ, ਲੋਕ ਸਭਾ ਦੇ ਮੌਜੂਦਾ ਆਪਾਂ ਕਹੀਏ ਕਿੰਨੀਆਂ ਸੀਟਾਂ ਦੇ ਉੱਪਰ ਇਲੈਕਸ਼ਨ ਹੋਏ, 543 ਸੀਟਾਂ ਦੇ ਉੱਪਰ ਬੰਦੇ ਨੇ ਹਨਾ। ਤਾਂ 543 ਸੀਟਾਂ ਦਾ ਕਹਿੰਦੇ 15% ਜਿਹੜਾ ਹੈਗਾ ਉਹ ਕੀ ਹੋਣਗੇ ਸਾਡੇ ਕੋਲ ਕਾਉਂਸਲ ਆਫ ਮਿਨਿਸਟਰ, ਇਹਨਾਂ ਦੀ ਗਿਣਤੀ ਹੋਊਗੀ। ਠੀਕ ਹੈ। ਇਹ ਕਿਹੜੀ ਸੋਧ ਦੇ ਰਾਹੀਂ ਕਿਹਾ ਗਿਆ ਸੀ? ਕਿਹਾ ਗਿਆ ਸੀ ਬੇਟਾ 91ਵੀਂ ਸੋਧ ਦੇ ਰਾਹੀਂ, ਤੇ 91ਵੀਂ ਸੋਧ ਹੋਈ ਸੀ ਸਾਡੇ ਕੋਲ 2003 ਦੇ ਵਿੱਚ। ਵਿਧਾਨ ਸਭਾ ਦੇ ਵਿੱਚ ਵੀ ਇਸੇ ਦੇ ਰਾਹੀਂ ਪ੍ਰੋਵੀਜ਼ਨ ਕੀਤੀ ਗਈ ਆ ਸੇਮ। ਠੀਕ ਹੈ। ਇਸ ਤੋਂ ਬਿਨਾਂ ਸਾਰੀਆਂ ਦਾ ਹੀ ਮੈਂ ਦੱਸਦੀ ਹਾਂ, ਸਾਡਾ ਆਨਸਰ ਇੱਥੇ 91ਵੀਂ ਸੋਧ ਆ। 91ਵੀਂ ਸੋਧ ਦੇ ਰਾਹੀਂ 15%। ਉਸ ਤੋਂ ਬਾਅਦ ਜਿਹੜੀ 92ਵੀਂ ਸੋਧ ਹੈਗੀ ਆ, 92ਵੀਂ ਸੋਧ ਵੀ ਸਾਡੀ 2003 ਦੇ ਵਿੱਚ ਹੋਈ ਸੀ ਤੇ ਭਾਸ਼ਾ ਦੇ ਨਾਲ ਰਿਲੇਟਡ ਸੀ। ਇਹਦੇ ਜਿਹੜੀਆਂ ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਸ਼ਾਮਲ ਨੇ, ਉਹਨਾਂ ਦੇ ਵਿੱਚੋਂ ਜਿਹੜੀਆਂ ਸਾਡੇ ਕੋਲ ਲਾਸਟ ਦੇ ਉੱਪਰ ਭਾਸ਼ਾਵਾਂ ਐਡ ਕੀਤੀਆਂ ਗਈਆਂ ਹਨਾ, ਆਪਾਂ ਕਹਿ ਦਈਏ ਕਿ ਸਾਡੇ ਕੋਲ ਜਿਹੜੀਆਂ ਲਾਸਟ ਭਾਸ਼ਾਵਾਂ ਐਡ ਕੀਤੀਆਂ ਗਈਆਂ 2003 ਦੇ ਵਿੱਚੋਂ ਕਿਹੜੀਆਂ ਸੀ? ਸੰਥਾਲੀ, ਬੋਦੋ, ਡੋਗਰੀ, ਠੀਕ ਹੈ, ਤੇ ਮਥਾਲੀ। ਇਹ 4 ਭਾਸ਼ਾਵਾਂ ਜਿਹੜੀਆਂ ਸੀਗੀਆਂ ਇਹ 22 ਭਾਸ਼ਾਵਾਂ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ 2003 ਦੇ ਵਿੱਚ 92ਵੀਂ ਸੋਧ ਦੇ ਰਾਹੀਂ। ਠੀਕ ਹੈ। ਉਸ ਤੋਂ ਬਿਨਾਂ ਬੇਟਾ ਜੇ ਮੈਂ 70ਵੀਂ ਸੋਧ ਦੀ ਗੱਲ ਕਰਾਂ ਤਾਂ 70ਵੀਂ ਸੋਧ ਦੇ ਰਾਹੀਂ ਕੀ ਕੀਤਾ ਗਿਆ ਸੀਗਾ? 70ਵੀਂ ਸੋਧ 1992 ਦੇ ਵਿੱਚ ਹੋਈ ਸੀ ਤੇ ਇਹਦੇ ਜਿਹੜੀਆਂ ਹੈਗੀਆਂ ਨੇ ਜਦੋਂ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਹਦੇ ਚ ਸਾਡੀਆਂ ਜਿਹੜੀਆਂ ਵਿਧਾਨ ਸਭਾਵਾਂ ਨੇ, 2 ਵਿਧਾਨ ਸਭਾਵਾਂ ਨੂੰ ਐਡ ਕੀਤਾ ਗਿਆ ਸੀ ਯੂਟੀਆਂ। ਇੱਕ ਤਾਂ ਦਿੱਲੀ ਯੂਟੀ ਦੀ ਵਿਧਾਨ ਸਭਾ ਦੇ ਮੈਂਬਰ ਤੇ ਦੂਜਾ ਪੌਂਡੇਚੇਰੀ, ਠੀਕ ਹੈ, ਜਾਨੀ ਕਿ ਪੁੱਡੂਚੇਰੀ ਦੇ ਜਿਹੜੇ ਮੈਂਬਰ ਸੀਗੇ, ਵਿਧਾਨ ਸਭਾ ਮੈਂਬਰ ਸੀਗੇ, ਉਹਨਾਂ ਨੂੰ ਇਹਨਾਂ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਸੀਗਾ ਉਹ ਅਧਿਕਾਰ ਦਿੱਤਾ ਗਿਆ ਸੀ 1992 ਦੇ ਵਿੱਚ 70ਵੀਂ ਸੋਧ ਦੇ ਵਿੱਚ। ਕਿਹਦੀਆਂ ਚੋਣਾਂ ਦੇ ਵਿੱਚ? ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ। ਠੀਕ ਹੈ ਜੀ। 95ਵੀਂ ਸੋਧ ਦੀ ਗੱਲ ਕਰਦੇ ਹਾਂ ਤਾਂ 95ਵੀਂ ਸੋਧ ਦੇ ਵਿੱਚ ਰਾਖਵਾਂਕਰਨ ਕੀਤਾ ਗਿਆ ਹੈਗਾ ਲੋਕ ਸਭਾ ਦੇ ਵਿੱਚ ਸੀਟਾਂ ਦਾ। ਕਿੰਨਾ? ਐਸਸੀ ਦੇ ਲਈ 84 ਸੀਟਾਂ, ਠੀਕ ਹੈ, ਤੇ ਐਸਟੀ ਦੇ ਲਈ ਜਿਹੜੀਆਂ 47 ਸੀਟਾਂ ਦਾ ਰਾਖਵਾਂਕਰਨ ਕੀਤਾ ਗਿਆ। ਕਲੀਅਰ? ਉਸ ਤੋਂ ਬਾਅਦ ਕਿਹੜੇ ਮੰਤਰੀਆਂ ਨੂੰ ਅਸਲੀ ਨੀਤਾ ਲਿਖਿਆ ਗਿਆ? ਨੀਤੀ ਨਿਰਮਾਤਾ, ਪਾਲਿਸੀ ਮੇਕਰ ਆਖਦੇ ਨੇ। ਠੀਕ ਹੈ। ਨੋ ਡਾਊਟ ਸਾਡੇ ਕੋਲ ਜਿਹੜੇ ਮੰਤਰੀ ਪ੍ਰੀਸ਼ਦ ਨੇ, ਜਦੋਂ ਅਸੀਂ ਮੰਤਰੀ ਪ੍ਰੀਸ਼ਦ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 3 ਤਰ੍ਹਾਂ ਦੇ ਮੰਤਰੀ ਆਉਂਦੇ ਨੇ। ਪਹਿਲੇ ਹੁੰਦੇ ਨੇ ਕੈਬਨਿਟ ਮਿਨਿਸਟਰ, ਦੂਜੇ ਹੁੰਦੇ ਨੇ ਮਿਨਿਸਟਰ ਆਫ ਸਟੇਟ, ਠੀਕ ਹੈ, ਤੇ ਤੀਜੇ ਹੁੰਦੇ ਨੇ ਸਾਡੇ ਕੋਲ ਡਿਪਟੀ ਮਿਨਿਸਟਰ। ਠੀਕ ਹੈ। ਇਹਨਾਂ ਵਿੱਚੋਂ ਸਾਡੇ ਕੋਲ ਸਿਰਫ ਇੱਕ ਹੀ ਮਿਨਿਸਟਰ ਇੰਪੋਰਟੈਂਟ ਨਿਊ ਹੈਗੇ ਨੇ, ਕੈਬਨਿਟ ਮਿਨਿਸਟਰ, ਕਿਉਂਕਿ ਜਿੰਨੀਆਂ ਵੀ ਪਾਲਿਸੀ ਮੇਕਿੰਗ ਹੁੰਦੀਆਂ ਨੇ, ਡਿਪਾਰਟਮੈਂਟਸ ਹੁੰਦੇ ਨੇ ਸੁਤੰਤਰ ਤੌਰ ਤੇ ਇਹਨਾਂ ਨੂੰ ਹੀ ਮਿਲਦੇ ਆ। ਤਾਂ ਇਸ ਕਰਕੇ ਸਾਡਾ ਆਨਸਰ ਹੋਊਗਾ ਨੀਤੀ ਨਿਰਮਾਤਾ ਕੌਣ ਹੈਗੀ ਆ? ਮੇਨ ਕੈਬਨਿਟ, ਜਾਨੀ ਕਿ ਕੈਬਨਿਟ ਮਿਨਿਸਟਰ। ਨੈਕਸਟ ਆਪਣੇ ਕੋਲ ਮੰਤਰੀਆਂ ਨੂੰ ਕੌਣ ਅਹੁਦੇ ਤੋਂ ਹਟਾ ਸਕਦਾ? ਤਾਂ ਮੰਤਰੀਆਂ ਨੂੰ ਦੀ ਨਿਯੁਕਤੀ ਕੌਣ ਕਰਦਾ ਹੈਗਾ ਬੇਟਾ? ਸਾਡਾ ਰਾਸ਼ਟਰਪਤੀ। ਤੇ ਇਹਨਾਂ ਨੂੰ ਅਹੁਦੇ ਤੋਂ ਵੀ ਕੌਣ ਹਟਾ ਸਕਦਾ ਹੈਗਾ? ਸਾਡਾ ਰਾਸ਼ਟਰਪਤੀ। ਠੀਕ ਹੈ ਜੀ। ਬਟ ਇਹਨਾਂ ਮੰਤਰੀਆਂ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਜਾਂ ਤਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਹਟਾ ਸਕਦਾ ਜਾਂ ਫਿਰ ਇਹਨਾਂ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਹੋ ਜਾਂਦਾ ਤਾਂ ਉਸ ਕੇਸ ਦੇ ਵਿੱਚ ਰਾਸ਼ਟਰਪਤੀ ਮੰਤਰੀਆਂ ਨੂੰ ਅਹੁਦੇ ਤੋਂ ਹਟਾ ਸਕਦਾ। ਕਲੀਅਰ? ਦੈਨ ਆ ਗਿਆ ਆਪਣੇ ਕੋਲ ਪ੍ਰਧਾਨ ਮੰਤਰੀ ਕਿਸ ਨੂੰ ਆਪਣਾ ਅਸਤੀਫਾ ਦਿੰਦਾ ਹੈ? ਤਾਂ ਪ੍ਰਧਾਨ ਮੰਤਰੀ ਆਪਣਾ ਅਸਤੀਫਾ ਕਿਹਨੂੰ ਦਊਗਾ ਜੀ? ਨਿਯੁਕਤੀ ਕੌਣ ਕਰ ਰਿਹਾ ਪ੍ਰਧਾਨ ਮੰਤਰੀ ਦੀ? ਰਾਸ਼ਟਰਪਤੀ। ਤਾਂ ਇਸ ਕਰਕੇ ਅਸਤੀਫਾ ਵੀ ਪ੍ਰਧਾਨ ਮੰਤਰੀ ਕਿਹਨੂੰ ਦਊਗਾ? ਰਾਸ਼ਟਰਪਤੀ ਨੂੰ ਹੀ ਜਿਹੜਾ ਹੈ ਆਪਣਾ ਅਸਤੀਫਾ ਵੀ ਦਊਗਾ। ਠੀਕ ਹੈ ਜੀ। ਜਿਹੜਾ ਰਾਸ਼ਟਰਪਤੀ ਉਹ ਆਪਣਾ ਅਸਤੀਫਾ ਕਿਹਨੂੰ ਦਊਗਾ? ਉਪ ਰਾਸ਼ਟਰਪਤੀ ਨੂੰ। ਤੇ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਕਿਹਨੂੰ ਦਊਗਾ?
ਰਾਸ਼ਟਰਪਤੀ ਨੂੰ। ਇਹ ਵੀ ਧਿਆਨ ਦੇ ਵਿੱਚ ਰੱਖਿਓ। ਕਲੀਅਰ? ਤਾਂ ਕਈ ਵਾਰ ਇਹਦੇ ਚ ਵੀ ਕੁਐਸਚਨ ਪੁੱਛ ਲਏ ਜਾਂਦੇ ਆ ਕਿ ਰਾਸ਼ਟਰਪਤੀ ਆਪਣਾ ਅਸਤੀਫਾ ਕਿਹਨੂੰ ਦਿੰਦਾ, ਤਾਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਦਊਗਾ। ਉਪ ਰਾਸ਼ਟਰਪਤੀ ਕਿਹਨੂੰ ਅਸਤੀਫਾ ਦਊਗਾ? ਰਾਸ਼ਟਰਪਤੀ ਨੂੰ ਅਸਤੀਫਾ ਦਊਗਾ। ਪੀਐਮ ਆਪਣਾ ਜਿਹੜਾ ਰਿਜ਼ਾਈਨ ਆ ਕਿਹਨੂੰ ਦਊਗਾ? ਰਾਸ਼ਟਰਪਤੀ ਨੂੰ ਦਊਗਾ। ਠੀਕ ਹੈ, ਜਿਹੜੇ ਕਾਉਂਸਲ ਆਫ ਮਿਨਿਸਟਰ ਹੈਗੇ ਆ ਸੇਮ, ਉਹ ਵੀ ਆਪਣਾ ਜਿਹੜਾ ਹੈਗਾ ਰਿਜ਼ਾਈਨ ਕਿਹਨਾਂ ਨੂੰ ਦੇ ਸਕਦੇ ਆ? ਇਹਨਾਂ ਨੂੰ ਦੇ ਸਕਦੇ ਆ ਰਾਸ਼ਟਰਪਤੀ ਨੂੰ। ਤੇ ਸਾਡੇ ਕੋਲ ਇੰਨੇ ਸਾਰੇ ਆਨਸਰਾਂ ਦੇ ਵਿੱਚ ਕਿਹਨੇ ਆਉਣਾ ਸੀ? ਰਾਸ਼ਟਰਪਤੀ ਨੇ। ਦੈਨ ਬੇਟਾ ਆਪਣੇ ਕੋਲ ਨੈਕਸਟ ਕੁਐਸਚਨ, ਕਿਹੜਾ ਰਾਜ ਸਭਾ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਸੀ? ਹੈ ਨਾ, ਮੈਂ ਵੈਸੇ ਦੱਸ ਚੁੱਕੀ ਹਾਂ ਪ੍ਰਧਾਨ ਮੰਤਰੀਆਂ ਨਾਲ ਰਿਲੇਟਡ ਫੈਕਟ। ਤਾਂ ਇਹਨਾਂ ਦੇ ਵਿੱਚੋਂ ਦੇਖੋ, ਜਿਹੜੇ ਜਵਾਹਰ ਲਾਲ ਨਹਿਰੂ ਸੀ, ਨਰਿੰਦਰ ਮੋਦੀ ਆ, ਮਨਮੋਹਨ ਸਿੰਘ ਆ, ਚਰਨ ਸਿੰਘ ਆ, ਤਾਂ ਇਹਨਾਂ ਦੇ ਵਿੱਚੋਂ ਜਿਹੜੇ ਰਾਜ ਸਭਾ ਦੇ ਵਿੱਚੋਂ ਆਏ ਉਹ ਸੀਗੇ ਡਾਕਟਰ ਮਨਮੋਹਨ ਸਿੰਘ। ਬਟ ਇਹਨਾਂ ਚੋਂ ਜੇ ਪੁੱਛਣ ਸਭ ਤੋਂ ਪਹਿਲਾਂ ਫਰਸਟ, ਤਾਂ ਫਰਸਟ ਸੀ ਸਾਡੇ ਕੋਲ ਇੰਦਰਾ ਗਾਂਧੀ। ਠੀਕ ਹੈ, ਇੰਦਰਾ ਗਾਂਧੀ। ਤਾਂ ਇੰਦਰਾ ਗਾਂਧੀ ਸੀਗੇ ਜਿਹੜੇ ਪਹਿਲੇ ਮਹਿਲਾ ਪੀਐਮ, ਉਹ ਸਾਡੇ ਕੋਲ ਪਹਿਲੇ ਰਾਜ ਸਭਾ ਦੇ ਵਿੱਚੋਂ ਆਉਣ ਵਾਲੇ ਪ੍ਰਧਾਨ ਮੰਤਰੀ ਸੀ। ਠੀਕ ਹੈ ਜੀ। ਨੈਕਸਟ, ਪ੍ਰਧਾਨ ਮੰਤਰੀ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੋਊਗੀ? ਪ੍ਰਧਾਨ ਮੰਤਰੀ ਦੀ ਉਮਰ ਘੱਟ ਤੋਂ ਘੱਟ ਕਿੰਨੀ ਹੁੰਦੀ ਆ? 25 ਸਾਲ। ਬੇਟਾ ਹੁਣ ਤੁਹਾਡੇ ਦਿਮਾਗ 'ਚ ਆਇਆ ਹੋਣਾ ਕਿ ਰਾਜ ਸਭਾ ਦਾ ਮੈਂਬਰ ਹੋਊਗਾ ਤਾਂ ਫੇਰ, ਹਨਾ, ਤਾਂ ਫੇਰ ਆਪਣੇ ਤੋਂ ਘੱਟੋ ਘੱਟ ਉਮਰ ਪੁੱਛੀ ਗਈ ਹੈ, ਤਾਂ ਘੱਟੋ ਘੱਟ ਜਿਹੜੀ ਉਮਰ ਹੈਗੀ ਆ, ਕਿਉਂਕਿ ਉਹ ਲੋਕ ਸਭਾ ਦਾ ਮੈਂਬਰ ਵੀ ਹੋ ਸਕਦਾ, ਤਾਂ ਲੋਕ ਸਭਾ ਦਾ ਜਿਹੜਾ ਹੈ ਮੈਂਬਰ ਆ, ਤੇ ਉਸ ਕੇਸ ਦੇ ਵਿੱਚ ਫੇਰ ਘੱਟੋ ਘੱਟ ਉਮਰ ਸਾਡੇ ਕੋਲ 25 ਸਾਲ ਹੀ ਬਣੂਗੀ। ਠੀਕ ਹੈ, ਪੀਐਮ ਦੇ ਵਿੱਚ ਤੁਹਾਡੀ ਉਮਰ ਹੀ 25 ਸਾਲ ਫਿਕਸ ਹੋਈ ਹੁੰਦੀ ਹੈ। ਦੈਨ ਹੁੰਦਾ ਨੈਕਸਟ ਕੁਐਸਚਨ ਆਪਣੇ ਕੋਲ, ਭਾਰਤ ਦਾ ਡੀ ਜੋਰ ਕਾਰਜਪਾਲਿਕਾ ਕੌਣ ਆ? ਇਹ ਮੈਂ ਰਾਸ਼ਟਰਪਤੀ ਦੇ ਵਿੱਚ ਕਾਫੀ ਵਾਰ ਕਰਵਾ ਚੁੱਕੀ ਹਾਂ ਤੁਹਾਨੂੰ। ਸਾਡੇ ਕੋਲ ਐਗਜ਼ੀਕਿਊਟਿਵ ਦੀ ਅਸੀਂ ਜਦੋਂ ਵੀ ਗੱਲ ਕਰਦੇ ਹਾਂ, ਐਗਜ਼ੀਕਿਊਟਿਵ ਮਤਲਬ ਕਾਰਜਪਾਲਿਕਾ। ਠੀਕ ਹੈ, ਕਾਰਜਪਾਲਿਕਾ ਜਿਹੜੀ ਕਿ ਪਾਲਿਸੀਆਂ ਨੂੰ ਲਾਗੂ ਕਰਦੀ ਆ, ਨੀਤੀਆਂ ਨੂੰ ਲਾਗੂ ਕਰਦੀ ਆ, ਉਹ ਨੀਤੀਆਂ ਜਿਹੜੀਆਂ ਵਿਧਾਨ ਸਭਾ ਨੇ ਬਣਾਈਆਂ। ਉਹਦੇ ਚ ਸਾਡੇ ਕੋਲ ਸੰਵਿਧਾਨ ਦੇ ਅਕੋਰਡਿੰਗ ਦੋ ਜਿਹੜੇ ਹੈਗੇ ਨੇ ਐਗਜ਼ੀਕਿਊਟਿਵ ਨੇ, ਇੱਕ ਹੈਗਾ ਆਪਣੇ ਕੋਲ ਨੋਮੀਨਲ। ਨੋਮੀਨਲ ਮਤਲਬ ਜਿਹੜਾ ਸੰਵਿਧਾਨ ਦੇ ਅਕੋਰਡਿੰਗ ਆ, ਜਿਹਨੂੰ ਅਸੀਂ ਆਖ ਸਕਦੇ ਹੈਗੇ ਆ ਨਾਮਾਤਰ। ਠੀਕ ਹੈ, ਜਾਂ ਆਪਾਂ ਆਖ ਸਕਦੇ ਹੈਗੇ ਆ ਡੀ ਜੋਰ। ਉਹ ਕੌਣ ਹੁੰਦਾ ਸਾਡੇ ਕੋਲ? ਰਾਸ਼ਟਰਪਤੀ। ਠੀਕ ਹੈ, ਰਾਸ਼ਟਰਪਤੀ ਜਿਹਦੇ ਕੋਲੋਂ ਸ਼ਕਤੀਆਂ ਸੰਵਿਧਾਨ ਦੇ ਅਕੋਰਡਿੰਗ ਦਿੱਤੀਆਂ ਗਈਆਂ, ਬਟ ਉਹ ਉਹਨਾਂ ਸ਼ਕਤੀਆਂ ਜਿਹੜੀਆਂ ਹੈਗੀਆਂ ਉਹਨੂੰ ਉਹ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ। ਠੀਕ ਹੈ, ਦੂਜਾ ਬੰਦਾ ਹੁੰਦਾ ਸਾਡੇ ਕੋਲ ਐਕਚੁਅਲ ਜਾਂ ਰੀਅਲ। ਠੀਕ ਹੈ, ਅਸਲੀ ਕਾਰਜਪਾਲਿਕਾ, ਜਾਂ ਜਿਹਨੂੰ ਅਸੀਂ ਆਖ ਸਕਦੇ ਹੈਗੇ ਆ ਡੀ ਫੈਕਟੋ। ਡੀ ਫੈਕਟੋ ਕੌਣ ਹੈਗਾ? ਉਹ ਸ਼ਕਤੀਆਂ ਜਿਹੜੀਆਂ ਕਿਹਨੂੰ ਦਿੱਤੀਆਂ ਗਈਆਂ ਨੇ ਸਾਡੇ ਰਾਸ਼ਟਰਪਤੀ ਨੂੰ, ਉਹਨਾਂ ਨੂੰ ਵਰਤਦਾ ਕੌਣ ਹੈਗਾ? ਪੀਐਮ, ਪ੍ਰਧਾਨ ਮੰਤਰੀ। ਤੇ ਇਸ ਕਰਕੇ ਸਾਡੇ ਕੋਲ ਰੀਅਲ ਪੁੱਛਣ ਜਾਂ ਡੀ ਫੈਕਟੋ ਪੁੱਛਣ ਤਾਂ ਐਗਜ਼ੀਕਿਊਟਿਵ ਕੌਣ ਹੋਊਗਾ? ਪ੍ਰਧਾਨ ਮੰਤਰੀ। ਡੀ ਜੋਰ ਪੁੱਛਣ ਤਾਂ ਸਾਡੇ ਕੋਲ ਕੌਣ ਹੋਊਗਾ? ਰਾਸ਼ਟਰਪਤੀ। ਠੀਕ ਹੈ, ਤੇ ਇੱਥੇ ਆਪਣੇ ਕੋਲ ਇਹੀ ਪੁੱਛਿਆ ਗਿਆ ਕਿ ਡੀ ਜੋਰ ਕੌਣ ਆ, ਤਾਂ ਡੀ ਜੋਰ ਕੌਣ ਹੈ? ਸਾਡੇ ਕੋਲ ਰਾਸ਼ਟਰਪਤੀ। ਨੈਕਸਟ ਕੁਐਸਚਨ, ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ? ਠੀਕ ਹੈ, ਨਾਰਮਲ ਸਾਨੂੰ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਦਾ ਕਾਰਜਕਾਲ ਸ਼ਾਇਦ 5 ਸਾਲ ਹੁੰਦਾ, ਨਹੀਂ। ਠੀਕ ਹੈ, ਨੋ ਡਾਊਟ 5 ਸਾਲ ਤੱਕ ਜਿਹੜੀ ਹੈਗੀ ਲੋਕ ਸਭਾ ਰਹਿੰਦੀ ਹੈ, ਤੇ ਲੋਕ ਸਭਾ ਜਿੰਨਾ ਚਿਰ ਹੈ ਉਹਨਾਂ ਚਿਰ ਪ੍ਰਧਾਨ ਮੰਤਰੀ ਵੀ ਹੈ, ਹਨਾ, ਜਾਂ ਆਪਾਂ ਕਹੇ ਮੰਤਰੀ ਪ੍ਰੀਸ਼ਦ ਜਿੰਨਾ ਚਿਰ ਹੈ ਉਹਨਾਂ ਚਿਰ ਪ੍ਰਧਾਨ ਮੰਤਰੀ ਵੀ। ਤਾਂ ਇੰਟਰਲਿੰਕ ਹੈਗਾ, ਕਲੈਕਟਿਵਲੀ ਰਿਸਪੌਂਸਿਬਲ ਨੇ ਟੁਵਰਡਸ ਲੋਕ ਸਭਾ। ਠੀਕ ਹੈ, ਤਾਂ ਪ੍ਰਧਾਨ ਮੰਤਰੀ ਦਾ ਵੈਸੇ ਕਾਰਜਕਾਲ ਕਿੰਨਾ ਹੁੰਦਾ? ਤਾਂ ਅਸੀਂ ਕੀ ਆਖਾਂਗੇ? ਲੋਕ ਸਭਾ ਦੇ ਬਹੁਮਤ ਤੱਕ। ਠੀਕ ਹੈ, ਜਿੰਨਾ ਚਿਰ ਉਹਨੂੰ ਲੋਕ ਸਭਾ ਦੇ ਵਿੱਚ ਬਹੁਮਤ ਹਾਸਲ ਆ। 5 ਸਾਲ ਆਨਸਰ ਨਹੀਂ ਆਊਗਾ, ਲੋਕ ਸਭਾ ਦਾ ਬਹੁਮਤ ਤੱਕ ਹੀ ਜਿਹੜਾ ਹੈ ਪ੍ਰਧਾਨ ਮੰਤਰੀ ਆਪਣੇ ਅਹੁਦੇ ਤੇ ਰਹਿੰਦਾ। ਜਦੋਂ ਇਹਦੇ ਵਿਰੁੱਧ ਲੋਕ ਸਭਾ ਦੇ ਵਿੱਚ ਅਵਿਸ਼ਵਾਸ ਦਾ ਮਤਾ ਪਾਸ ਹੋ ਗਿਆ, ਜਾਂ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ। ਨੋ ਕੌਨਫੀਡੈਂਸ ਮਤਲਬ ਅਵਿਸ਼ਵਾਸ ਦਾ ਮਤਾ ਪੇਸ਼ ਕਰ ਦਿੱਤਾ ਗਿਆ, ਪਾਸ ਹੋ ਗਿਆ ਨਾ, ਦੋਨੋਂ ਸਦਨਾਂ ਨੇ ਉਹਦੇ ਉੱਪਰ ਮੋਹਰ ਲਾਤੀ, 2/3 ਮੈਜੋਰਿਟੀ ਨਾਲ ਉਹ ਪ੍ਰਸਤਾਵ ਪਾਸ ਹੋ ਗਿਆ। ਤਾਂ ਉਸ ਕੇਸ ਦੇ ਵਿੱਚ ਫਿਰ ਪ੍ਰਧਾਨ ਮੰਤਰੀ ਨੂੰ ਆਪਣਾ ਅਹੁਦਾ ਛੱਡਣਾ ਪਊਗਾ, ਉਹਦੀ ਕਾਉਂਸਲ ਆਫ ਮਿਨਿਸਟਰ ਨੂੰ ਆਪਣਾ ਅਹੁਦਾ ਛੱਡਣਾ ਪਊਗਾ। ਤਾਂ ਉਹ ਕੀ ਹੈਗੀ ਆ ਕਿ ਲੋਕ ਸਭਾ ਦੇ ਬਹੁਮਤ ਤੱਕ ਹੀ ਪ੍ਰਧਾਨ ਮੰਤਰੀ ਆਪਣੇ ਕਾਰਜਕਾਲ ਦੇ ਉੱਪਰ ਰਹਿੰਦਾ। ਠੀਕ ਹੈ, ਦੈਨ ਹੈਗਾ ਬੇਟਾ ਜਿਹੜਾ ਅਵਿਸ਼ਵਾਸ ਮਤਾ ਹੈ, ਕਿਸ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ? ਅਵਿਸ਼ਵਾਸ ਮਤਲਬ ਹੈ ਆਪਣੇ ਕੋਲ ਨੋ ਕੌਨਫੀਡੈਂਸ ਮੋਸ਼ਨ। ਨੋ ਕੌਨਫੀਡੈਂਸ ਮੋਸ਼ਨ। ਨੋ ਕੌਨਫੀਡੈਂਸ ਮੋਸ਼ਨ ਜਿਹੜਾ ਹੈਗਾ ਉਹ ਲੋਕ ਸਭਾ ਦੇ ਵਿੱਚ ਹੀ ਪਾਸ ਕੀਤਾ ਜਾ ਸਕਦਾ। ਠੀਕ ਹੈ, ਲੋਕ ਸਭਾ ਦਾ ਕਿਉਂਕਿ ਹੈਡ ਹੁੰਦਾ ਪੀਐਮ। ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਫਿਰ ਪੀਐਮ ਨੂੰ ਤੇ ਉਹਦੀ ਕਾਉਂਸਲ ਨੂੰ ਵੀ ਜਿਹੜਾ ਆਪਣਾ ਅਹੁਦਾ ਛੱਡਣਾ ਪੈਂਦਾ। ਪੂਰੀ ਲੋਕ ਸਭਾ ਜਿਹੜੀ ਹੈਗੀ ਉਹ ਭੰਗ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ, ਤੇ ਭੰਗ ਫਿਰ ਉਹ ਡਿਸੋਲਵ ਕੌਣ ਕਰਦਾ ਹੈਗਾ? ਸਾਡਾ ਪ੍ਰੈਜ਼ੀਡੈਂਟ। ਠੀਕ ਹੈ ਜੀ, ਡਿਸੋਲਵ ਮਤਲਬ ਭੰਗ ਹੋਣਾ। ਦੈਨ ਹੈ ਬੇਟਾ ਆਪਣੇ ਕੋਲ ਨੈਕਸਟ ਕੁਐਸਚਨ ਕਿ ਜਿਹੜਾ ਸਾਡੇ ਕੋਲ ਨੀਤੀ ਆਯੋਗ ਹੈ, ਠੀਕ ਹੈ, ਨੀਤੀ ਆਯੋਗ ਹੈ, ਉਹਦਾ ਸਭਾਪਤੀ ਕੌਣ ਹੈ? ਸਭ ਨੂੰ ਪਤਾ ਹੋਊਗਾ
ਨੀਤੀ ਆਯੋਗ ਕੀ ਹੈ, ਸਾਡੇ ਕੋਲ ਇੱਕ ਨਵੀਂ ਹਨਾ ਆਪਾਂ ਕਹੀਏ ਨੀਤੀ ਆਯੋਗ, ਠੀਕ ਹੈ। ਨੀਤੀ ਆਯੋਗ ਕਦੋਂ ਬਣੀ ਸੀ? 1 ਜਨਵਰੀ 2015 ਨੂੰ। ਅਸਲ ਦੇ ਵਿੱਚ ਇਹ ਇੰਨੀ ਨਵੀਂ ਨਹੀਂ ਹੈਗੀ, ਇਹਦੀਆਂ ਜਿਹੜੀਆਂ ਰੂਲਸ ਪੁਰਾਣੀਆਂ ਨੇ, ਕਿਉਂਕਿ ਸਾਡੇ ਕੋਲ ਪਹਿਲਾਂ 1950 ਤੋਂ ਹੀ ਇੱਕ ਪਲੈਨਿੰਗ ਕਮਿਸ਼ਨ ਸੀ। ਤੁਸੀਂ ਸਭ ਨੇ 5 ਈਅਰ ਪਲਾਨ ਸੁਣੇ ਹੋਣੇ ਆ, 5-5 ਸਾਲ ਬਾਅਦ 5 ਸਾਲਾ ਯੋਜਨਾਵਾਂ ਆਉਂਦੀਆਂ ਸੀ, ਤੇ 1950 ਤੋਂ ਪਲੈਨਿੰਗ ਕਮਿਸ਼ਨ ਸੀ, ਤੇ 1950 ਤੋਂ ਸਾਡੇ ਕੋਲ 5 ਸਾਲਾ ਯੋਜਨਾਵਾਂ ਆ ਰਹੀਆਂ ਸੀ। 2015 ਯਾਨੀ ਕਿ ਆਪਾਂ ਕਿ 2014 ਦੇ ਵਿੱਚ ਹੀ ਜਿਹੜਾ ਸੀਗਾ ਪਲੈਨਿੰਗ ਕਮਿਸ਼ਨ ਨੂੰ ਕੀ ਕਰ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ, ਤੇ ਜਬ ਪਲੈਨਿੰਗ ਕਮਿਸ਼ਨ ਦੇ ਉੱਪਰ ਕਿਹਦਾ ਗਠਨ ਕਰ ਦਿੱਤਾ ਗਿਆ? ਨੀਤੀ ਆਯੋਗ ਬਣਾ ਦਿੱਤੀ ਗਈ, ਠੀਕ ਹੈ। ਨੀਤੀ ਆਯੋਗ ਬਣਾ ਦਿੱਤੀ ਗਈ, ਇਹਦਾ ਜਿਹੜਾ ਸਭਾਪਤੀ ਹੁੰਦਾ ਉਹ ਕੌਣ ਹੁੰਦਾ? ਸਾਡੇ ਦੇਸ਼ ਦਾ ਜੋ ਵੀ ਪੀਐਮ ਹੋਊਗਾ ਉਹ ਨੀਤੀ ਆਯੋਗ ਦਾ ਕੀ ਹੋਊਗਾ ਜੀ? ਚੇਅਰਮੈਨ ਵੀ ਹੋਊਗਾ, ਜਾਂ ਆਪਾਂ ਕਹਿ ਦਈਏ ਸਭਾਪਤੀ, ਚੇਅਰਮੈਨ ਸਭਾਪਤੀ ਨੂੰ ਕਹਿੰਦੇ ਹੋਊਗਾ, ਠੀਕ ਹੈ ਜੀ, ਕਲੀਅਰ। ਤਾਂ ਸਾਡਾ ਜਿਹੜਾ ਪੀਐਮ ਹੁੰਦਾ ਉਹ ਸਾਡਾ ਪ੍ਰਧਾਨ ਮੰਤਰੀ ਨੀਤੀ ਆਯੋਗ ਦਾ ਵੀ ਚੇਅਰਮੈਨ ਹੋਊਗਾ ਸੈਂਟਰ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਸੀ ਸਾਡੇ ਅੱਜ ਦੇ ਐਮਸੀਕਿਊ ਰਿਲੇਟਡ ਟੂ ਪ੍ਰਧਾਨ ਮੰਤਰੀ ਤੇ ਉਹਦੀ ਜਿਹੜੀ ਹੈਗੀ ਆ ਕਾਉਂਸਲ ਆਫ ਮਿਨਿਸਟਰ, ਮੰਤਰੀ ਪ੍ਰੀਸ਼ਦ ਦੇ ਨਾਲ ਰਿਲੇਟਡ। ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਮੈਂ ਜਿੰਨੇ ਫੈਕਟਸ ਮੋਟੇ-ਮੋਟੇ ਤੁਹਾਨੂੰ ਦੱਸ ਸਕਦੀ ਹਾਂ, ਕਿਉਂਕਿ ਐਮਸੀਕਿਊਆਂ 'ਚ ਇੰਨਾ ਹੀ ਕਵਰ ਅਪ ਹੋ ਸਕਦਾ ਨਾ ਤੁਹਾਡੀਆਂ ਕਲਾਸਿਸ ਦੇ ਵਿੱਚ। ਮੈਂ ਜਿੰਨੇ ਫੈਕਟਸ ਦੱਸ ਰਹੀ ਹਾਂ ਉਹ ਸਾਰੇ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਨੇ। ਐਮਸੀਕਿਊ ਉਨੇ ਇਕੱਠੇ ਨਹੀਂ ਕੀਤੇ ਜਾਂਦੇ, ਬਟ ਤੁਸੀਂ ਜੋ ਕਲਾਸਿਸ ਦੇ ਵਿੱਚ ਕਰਾਇਆ ਜਾ ਰਿਹਾ ਉਹਦੀ ਇੱਕ ਲਾਈਨ ਨੂੰ ਅੱਛੀ ਤਰ੍ਹਾਂ ਕਰਨਾ ਜੇ ਤੁਸੀਂ ਪੇਪਰ ਨੂੰ ਕੁਆਲੀਫਾਈ ਕਰਨਾ ਚਾਹੁੰਦੇ ਹੋ, ਠੀਕ ਹੈ ਜੀ। ਤਾਂ ਹੋਪ ਤੁਹਾਡੇ ਲਈ ਕਲਾਸਿਸ ਹੈਲਪਫੁਲ ਹੋ ਰਹੀਆਂ ਨੇ। ਜੇ ਤੁਹਾਡੇ ਲਈ ਜਿਹੜੀ ਇਹ ਐਮਸੀਕਿਊ ਕਲਾਸਿਸ ਵੀ ਬੈਨੀਫੀਸ਼ੀਅਲ ਹੋ ਰਹੀਆਂ ਨੇ ਤਾਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਜੋ ਵੀ ਬੱਚੇ ਪੇਡ ਕੋਰਸ ਦੇ ਵਿੱਚ ਆਉਣਾ ਚਾਹੁੰਦੇ ਨੇ ਉਹ ਵੀ ਕੋਰਸ ਇਨਫੋਰਮੇਸ਼ਨ ਲੈ ਕੇ ਕੋਰਸ ਦੇ ਵਿੱਚ ਆ ਸਕਦੇ ਹੋ। ਤਾਂ ਥੈਂਕ ਯੂ ਸੋ ਮਚ।